ਪਿਆਰੇ ਦੋਸਤੋ, ਮੇਰਾ ਨਾਮ ਹੈ ਸੋਨੀ ਸਿਮੈਕ ਤੇ ਤੁਸੀਂ ਸੁਣ ਰਹੇ ਹੋ ਮਸੀਹੀ ਜੀਵਨ। ਅੱਜ ਦਾ ਸਵਾਲ, ਪਾਪ ਦਾ ਮਤਲਬ ਕੀ ਹੈ? ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ ਤੇ ਸਾਨੂੰ ਇੱਕ ਗੱਲ ਬਹੁਤ ਹੀ ਸਪਸ਼ਟ ਤਰੀਕੇ ਦੇ ਨਾਲ ਪਤਾ ਲੱਗਣ ਲੱਗ ਪੈਂਦੀ ਹੈ ਕਿ ਪਾਪ ਜੋ ਹੈ ਉਹ ਬਹੁਤ ਹੀ ਹਾਨੀਕਾਰਕ ਤੇ ਸਾਨੂੰ ਪਰਮੇਸ਼ਵਰ ਤੋਂ ਜੁਦਾ ਕਰਨ ਵਾਲੀ ਚੀਜ਼ ਹੈ। ਪਾਪ, ਗੁਨਾਹ, ਇਹ ਜਿਹੜਾ ਪਾਪ ਹੈ ਇਸ ਦੇ ਕਰਕੇ ਅਸੀਂ ਖੁਦਾਵੰਦ ਤੋਂ ਦੂਰ ਹੋ ਗਏ, ਪਰਮੇਸ਼ਵਰ ਤੋਂ, ਰੱਬ ਤੋਂ ਦੂਰ ਹੋ ਗਏ। ਪਾਪ, ਗੁਨਾਹ, ਕ੍ਰਾਈਮ, ਬੁਰੀਆਂ ਗੱਲਾਂ ਦੇ ਕਰਕੇ ਅਸੀਂ ਪਰਮੇਸ਼ਵਰ ਤੋਂ ਜੁਦਾ ਹੋ ਗਏ। ਅਤੇ ਅੱਜ ਆਪਾਂ ਇਸ ਗੱਲ ਬਾਰੇ ਸੋਚਦੇ ਹਾਂ ਅਤੇ ਦੇਖਦੇ ਹਾਂ ਕਿ ਬਾਈਬਲ ਸਾਨੂੰ ਪਾਪ ਦੇ ਬਾਰੇ ਕੀ ਸਿਖਾਉਂਦੀ ਹੈ। ਪਾਪ ਦਾ ਮਤਲਬ ਹੈ ਕਿ ਆਪਣੇ ਇੱਕ ਨਿਸ਼ਾਨੇ ਤੋਂ ਚੁੱਕ ਜਾਣਾ। ਜਦੋਂ ਤੀਰ ਕਮਾਨ ਚੋਂ ਨਿਕਲਿਆ ਅਤੇ ਉਹ ਨਿਸ਼ਾਨੇ 'ਤੇ ਨਹੀਂ ਵੱਜਿਆ ਅਤੇ ਉਹ ਨਿਸ਼ਾਨੇ ਤੋਂ ਕੀ ਚੁੱਕ ਗਿਆ। ਪਾਪ ਜੋ ਹੈ ਉਹ ਸਾਨੂੰ ਪਰਮੇਸ਼ਵਰ ਦੀਆਂ ਗੱਲਾਂ ਤੋਂ ਅਤੇ ਪਰਮੇਸ਼ਵਰ ਦੇ ਕਹੇ ਹੋਏ ਹੁਕਮਾਂ ਤੋਂ ਪਰੇ ਕਰ ਦਿੰਦਾ ਹੈ। ਸਾਨੂੰ ਸਾਡੇ ਰਾਹ ਤੋਂ, ਜੋ ਕਿ ਖੁਦਾਵੰਦ ਨੇ ਚੁਣਿਆ ਸੀਗਾ, ਉਸ ਤੋਂ ਪਰੇ ਕਰ ਦਿੱਤਾ। ਪਾਪ ਦੇ ਕਰਕੇ ਸਾਡਾ ਰਾਹ ਪਰਮੇਸ਼ਵਰ ਦੇ ਰਾਹ ਤੋਂ ਅਲੱਗ ਹੋ ਗਿਆ, ਸਾਡਾ ਨਿਸ਼ਾਨਾ ਕੀ ਚੁੱਕ ਗਿਆ। ਅਤੇ ਸਾਨੂੰ ਬਾਈਬਲ ਪਾਪ ਬਾਰੇ ਇਹ ਦੱਸਦੀ ਹੈ ਕਿ ਕਿਉਂਕਿ ਸਾਡੀ ਜ਼ਿੰਦਗੀਆਂ 'ਚ ਪਾਪ ਆ ਗਿਆ, ਇਸ ਕਰਕੇ ਸਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਕੀ ਟੁੱਟ ਗਿਆ। ਪਹਿਲਾ ਯਹੂਨਾ ਉਹਦਾ 3 ਅਧਿਆਇ ਅਤੇ ਉਹਦੀ 4 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਜਦੋਂ ਕੋਈ ਵਿਅਕਤੀ ਪਾਪ ਕਰਦਾ ਹੈ ਤਾਂ ਉਹ ਪਰਮੇਸ਼ਵਰ ਦਾ ਨੇਮ ਤੋੜਦਾ ਹੈ। ਪਾਪ ਕਰਨਾ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਪਰਮੇਸ਼ਵਰ ਦੇ ਨੇਮ ਵਿਰੁੱਧ ਜਿਉਣਾ। ਅਤੇ ਪਾਪ ਦਾ ਮਤਲਬ ਇਹ ਹੈ ਕਿ ਅਸੀਂ ਪਰਮੇਸ਼ਵਰ ਦੀਆਂ ਕਹੀਆਂ ਹੋਈਆਂ ਗੱਲਾਂ 'ਤੇ ਤੁਰ ਨਹੀਂ ਸਕਦੇ। ਅਸੀਂ ਉਸ ਦੀਆਂ ਕਹੀਆਂ ਹੋਈਆਂ ਗੱਲਾਂ ਦਾ ਨਿਰਾਦਰ ਕਰਦੇ ਹਾਂ। ਕਹੇ ਹੋਏ ਹੁਕਮਾਂ 'ਤੇ ਅਸੀਂ ਚੱਲਣਾ ਬੰਦ ਕਰ ਦਿੰਦੇ ਹਾਂ। ਇਹ ਤਾਂ ਹੋ ਗਈ ਪਾਪ ਦੀ ਡੈਫੀਨੇਸ਼ਨ। ਪਾਪ ਦਾ ਮਤਲਬ ਇਹ ਕੀ ਹੈ। ਦੂਜੀ ਗੱਲ, ਪਾਪ ਸ਼ੁਰੂ ਕਿੱਥੋਂ ਹੋਇਆ? ਯਸ਼ਾਇਆ ਨਬੀ ਦੀ ਕਿਤਾਬ ਉਹਦਾ 14 ਅਧਿਆਇ ਅਤੇ ਉਹਦੀ 12 ਤੋਂ 16 ਆਇਤ 'ਚ ਪੜ੍ਹਦੇ ਹਾਂ ਅਸੀਂ ਕਿ ਜਿਹੜਾ ਸ਼ੈਤਾਨ ਹੈ ਉਹ ਇੱਕ ਸਵਰਗੀ ਫਰਿਸ਼ਤਾ ਸੀ ਅਤੇ ਉਸ ਦੇ ਮਨ ਦੇ ਵਿੱਚ ਹੰਕਾਰ ਆ ਗਿਆ ਅਤੇ ਖੁਦਾਵੰਦ ਨੇ ਉਸ ਨੂੰ ਸਵਰਗ ਵਿੱਚੋਂ ਕੱਢ ਦਿੱਤਾ, ਕਿਉਂਕਿ ਸ਼ੈਤਾਨ ਦੇ ਵਿੱਚ ਪਾਪ ਸੀਗਾ। ਉਹ ਧਰਤੀ 'ਤੇ ਆ ਗਿਆ ਅਤੇ ਉਹ ਧਰਤੀ 'ਤੇ ਪਾਪ ਨੂੰ ਫੈਲਾਉਣ ਲੱਗ ਪਿਆ, ਜੋ ਕਿ ਹੁਕਮ ਉਸਨੇ ਪਰਮੇਸ਼ਰ ਦਾ ਤੋੜਿਆ, ਪਰਮੇਸ਼ਰ ਦੀਆਂ ਕਹੀਆਂ ਹੋਈਆਂ ਗੱਲਾਂ 'ਤੇ ਨਹੀਂ ਚੱਲਿਆ ਅਤੇ ਉਹ ਗੱਲਾਂ ਹੁਣ ਉਹ ਧਰਤੀ 'ਤੇ ਲੈ ਕੇ ਆ ਗਿਆ। ਅਤੇ ਅਸੀਂ ਪੜ੍ਹਦੇ ਹਾਂ ਉਤਪਤ ਦੀ ਕਿਤਾਬ ਉਹਦਾ 2 ਅਧਿਆਇ, ਅਸੀਂ ਪੜ੍ਹਦੇ ਹਾਂ ਕਿ ਆਦਮ ਅਤੇ ਹਵਾ ਨੂੰ ਪਰਮੇਸ਼ਰ ਨੇ ਬਣਾਇਆ ਅਤੇ ਆਦਮ ਅਤੇ ਹਵਾ ਪਾਪ ਤੋਂ ਰਹਿਤ ਸਨ। ਪਰ ਆਦਮ ਅਤੇ ਹਵਾ ਸ਼ੈਤਾਨ ਦੀਆਂ ਗੱਲਾਂ ਦੇ ਵਿੱਚ ਆ ਕੇ ਪਾਪ ਵਿੱਚ ਡਿੱਗ ਪਏ। ਅਤੇ ਜਦੋਂ ਪਰਮੇਸ਼ਵਰ ਆਦਮ ਅਤੇ ਹਵਾ ਨੂੰ ਬਗੀਚੇ ਦੇ ਵਿੱਚ ਮਿਲਣ ਆਇਆ ਅਤੇ ਉਸ ਨੇ ਪੁੱਛਿਆ, ਤੁਸੀਂ ਕਿੱਥੇ ਹੋ? ਅਤੇ ਆਦਮ ਅਤੇ ਹਵਾ ਛਿਪ ਗਏ, ਲੁਕ ਗਏ ਪਰਮੇਸ਼ਵਰ ਤੋਂ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਪਾਪ ਵਿੱਚ ਡਿੱਗ ਗਏ ਸਨ ਅਤੇ ਉਹ ਨੰਗੇ ਸੀ। ਪਾਪ ਦੇ ਕਰਕੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਦੋਸ਼ ਆ ਗਿਆ, ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ ਕਿ ਤੁਸੀਂ ਇਸ ਫਲ ਨੂੰ ਨਾ ਖਾਇਓ। ਜਿਸ ਦਿਨ ਤੁਸੀਂ ਇਸ ਫਲ ਨੂੰ ਖਾਓਗੇ ਉਸੇ ਦਿਨ ਤੁਸੀਂ ਪਾਪ ਵਿੱਚ ਡਿੱਗ ਜਾਓਗੇ ਅਤੇ ਮਰ ਜਾਓਗੇ। ਪਰ ਆਦਮ ਅਤੇ ਹਵਾ ਮਰੇ ਤਾਂ ਹੈ ਨਹੀਂ। ਫਿਰ ਉਹ ਕਿੱਦਾਂ ਦੀ ਮੌਤ ਸੀ? ਸਾਨੂੰ ਬਾਈਬਲ ਵਿੱਚੋਂ ਪਤਾ ਲੱਗਦਾ ਹੈ ਕਿ ਜਿਸ ਸਮੇਂ ਆਦਮ ਅਤੇ ਹਵਾ ਪਾਪ ਵਿੱਚ ਡਿੱਗ ਗਏ, ਉਸੇ ਸਮੇਂ ਉਹ
रूहानी तरीके दे नाल मर गए। रूहानी मौत ये है कि तुसी परमेश्वर तो जुदा हो गए अपने पापां दे करके। पाप जो गुनाह है परमेश्वर दे खिलाफ, उस पाप दे करके असी खुदावन तो दूर हो जाते हाँ ते साडा रिश्ता खुदावन दे नाल जुड़िया नहीं रहिंदा। ਇਹ रूहानी मौत है। ਤੇ ਅਸੀਂ ਹੁਣ ਦੇਖਦੇ ਹਾਂ ਬਾਈਬਲ ਦੇ ਵਿੱਚੋਂ ਪਾਪ ਜੋ ਹੈ ਉਹ ਸਾਨੂੰ 3 ਤਰੀਕੇ ਦੇ ਨਾਲ ਪਤਾ ਲੱਗਦਾ ਹੈ ਕਿ ਪਾਪ ਕੀ ਹੈ ਤੇ ਸਾਡੀ ਜ਼ਿੰਦਗੀਆਂ ਦੇ ਵਿੱਚ ਕਿੱਦਾਂ ਕੰਮ ਕਰਦਾ ਹੈ ਤੇ ਸਾਨੂੰ ਇਸ ਬਾਰੇ ਜਾਣਨ ਦੀ ਕਿਉਂ ਲੋੜ ਹੈ। ਪਹਿਲੀ ਗੱਲ ਇਹ ਹੈ ਕਿ ਕਿਉਂਕਿ ਆਦਮ ਤੇ ਹਵਾ ਨੇ ਪਾਪ ਕੀਤਾ, ਉਹਨਾਂ ਦੇ ਪਾਪ ਦੇ ਕਰਕੇ ਉਹਨਾਂ ਦਾ ਹੁਣ ਜੋ ਪਾਪ ਸੀ ਉਹ ਸਾਡੇ ਹਿੱਸੇ ਦੇ ਵਿੱਚ ਵੀ ਆ ਗਿਆ। ਜਿੱਦਾਂ ਹੁਣ ਅਸੀਂ ਗੱਲ ਕਰਦੇ ਹਾਂ ਜਦੋਂ ਮਾਂ-ਬਾਪ ਪੂਰੇ ਹੋ ਜਾਂਦੇ ਹਨ, ਉਹ ਆਪਣੀ ਜਾਇਦਾਦ ਆਪਣੇ ਬੱਚਿਆਂ ਨੂੰ ਦੇ ਦਿੰਦੇ ਹਨ। ਸਾਨੂੰ ਆਦਮ ਤੇ ਹਵਾ ਦਾ ਪਾਪ ਜਾਇਦਾਦ ਵਿੱਚ ਮਿਲਿਆ। ਪਾਪ ਦਾ ਕਰਜ਼ਾ ਆਦਮ ਤੇ ਹਵਾ ਦਾ ਉਹ ਸਾਡੇ ਹਿੱਸੇ ਆ ਗਿਆ। ਇਸ ਕਰਕੇ ਅਸੀਂ ਵੀ ਖੁਦਾਵੰਦ ਤੋਂ ਦੂਰ ਹੋ ਗਏ ਇਹ ਪਾਪ ਦੇ ਕਰਕੇ। ਜੋ ਪਾਪ ਦਾ ਕਰਜ਼ਾ ਆਦਮ ਤੇ ਹਵਾ ਤੇ ਸੀਗਾ ਹੁਣ ਉਹ ਸਾਡੇ ਉੱਤੇ ਵੀ ਆ ਗਿਆ। ਦੂਜੀ ਗੱਲ, ਇੱਕ ਤਾਂ ਸਾਨੂੰ ਪਾਪ ਮਿਲਿਆ ਜਾਇਦਾਦ ਦੇ ਵਿੱਚ। ਦੂਜਾ ਪਾਪ ਇਹ ਹੈ ਕਿ ਉਹ ਹੁਣ ਪਾਪ ਸਾਡੀ ਜ਼ਿੰਦਗੀਆਂ ਦੇ ਵਿੱਚ ਵੀ ਕੰਮ ਕਰਦਾ ਹੈ। ਹੁਣ ਅਸੀਂ ਪਾਪੀ ਬਣ ਗਏ ਉਸ ਪਾਪ ਦੇ ਕਰਕੇ। ਉਸ ਪਾਪ ਦੇ ਕਰਕੇ ਹੁਣ ਅਸੀਂ ਪਾਪ ਕਰਦੇ ਹਾਂ ਅਤੇ ਸਾਨੂੰ ਉਹ ਪਾਪ ਜਨਮ ਦੇ ਦੌਰਾਨ ਹੀ ਮਿਲ ਜਾਂਦਾ ਹੈ। ਦਾਊਦ ਜ਼ਬੂਰ 51 ਉਹਦੀ 5ਵੀਂ ਆਇਤ ਵਿੱਚ ਕਹਿੰਦਾ ਹੈ, ਮੈਂ ਗੁਨਾਹਾਂ ਵਿੱਚ ਜੰਮਿਆ ਸਾਂ। ਤੀਜੀ ਗੱਲ, ਸਾਡਾ ਆਪ ਦਾ ਖੁਦ ਦਾ ਪਾਪ ਕਰਨਾ। ਦੂਜਾ ਕੁਰਿੰਥੀਆਂ ਉਹਦਾ 5ਵਾਂ ਅਧਿਆਇ ਅਤੇ ਉਹਦੀ 1ਵੀਂ ਆਇਤ ਵਿੱਚ ਅਸੀਂ ਦੇਖਦੇ ਹਾਂ ਕਿ ਮਸੀਹ ਵਿੱਚ ਕੋਈ ਪਾਪ ਨਹੀਂ ਸੀ, ਪਰ ਪਰਮੇਸ਼ਰ ਨੇ ਉਸ ਨੂੰ ਪਾਪ ਬਣਾ ਦਿੱਤਾ। ਪਰਮੇਸ਼ਰ ਨੇ ਇਹ ਸਾਡੇ ਲਈ ਕੀਤਾ ਸੀ ਤਾਂ ਜੋ ਉਸ ਰਾਹੀਂ ਅਸੀਂ ਪਰਮੇਸ਼ਰ ਨਾਲ ਧਰਮੀ ਬਣ ਸਕੀਏ। ਹੁਣ ਅਸੀਂ ਵੀ ਪਾਪ ਕਰਦੇ ਹਾਂ, ਪੂਰੀ ਦੁਨੀਆ ਪਾਪ ਕਰਦੀ ਹੈ। ਹੁਣ ਅਸੀਂ ਪੜ੍ਹਦੇ ਹਾਂ ਰੋਮੀਆਂ ਦਾ ਖੱਤ ਉਹਦਾ 3 ਅਧਿਆਇ ਅਤੇ ਉਹਦੀ 23ਵੀਂ ਆਇਤ ਵਿੱਚ ਕਿ ਸਭਨਾਂ ਨੇ ਪਾਪ ਕੀਤਾ। ਕੋਈ ਵੀ ਇਨਸਾਨ ਜਿਹੜਾ ਧਰਤੀ 'ਤੇ ਜੰਮਿਆ, ਕੋਈ ਵੀ ਇਨਸਾਨ, ਚਾਹੇ ਉਹ ਅਮੀਰ ਹੈ, ਗਰੀਬ ਹੈ, ਚਾਹੇ ਉਹ ਬਹੁਤ ਹੀ ਫੇਮਸ ਹੈ, ਕੋਈ ਵੀ ਇਨਸਾਨ ਹੈ, ਕਿਸੇ ਵੀ ਧਰਮ ਤੋਂ, ਕਿਸੇ ਵੀ ਬੈਕਗਰਾਊਂਡ ਤੋਂ, ਕਿਸੇ ਵੀ ਕਲਚਰ ਤੋਂ, ਕਿਸੇ ਵੀ ਜਗ੍ਹਾ ਤੋਂ, ਕਿਸੇ ਵੀ ਦੇਸ਼ ਤੋਂ ਇਨਸਾਨ ਕੋਈ ਵੀ ਆਉਂਦਾ ਹੈ, ਚਾਹੇ ਉਹ ਪੋਪ ਹੈ, ਚਾਹੇ ਉਹ ਕੋਈ ਐਕਟਰ ਹੈ, ਚਾਹੇ ਉਹ ਕੋਈ ਪੋਲੀਟੀਸ਼ਨ ਹੈ, ਚਾਹੇ ਉਹ ਕੋਈ ਰਾਜਾ ਹੈ ਜਾਂ ਰਾਣੀ ਹੈ, ਕੋਈ ਵੀ ਇਨਸਾਨ ਹੈ, ਜਾਂ ਕੋਈ ਭੀਖ ਮੰਗਣ ਵਾਲਾ ਹੈ, ਜਾਂ ਕੋਈ ਪੜ੍ਹਾਉਣ ਵਾਲਾ ਹੈ, ਕੋਈ ਵੀ ਇਨਸਾਨ ਤੁਸੀਂ ਸੋਚ ਲਓ, ਹਰੇਕ ਇਨਸਾਨ ਨੇ ਪਰਮੇਸ਼ਰ ਦੇ ਖਿਲਾਫ ਪਾਪ ਕੀਤਾ ਕਿਉਂਕਿ ਅਸੀਂ ਸਭਨਾਂ ਨੇ ਹੀ ਪਰਮੇਸ਼ਰ ਦਾ ਨਿਰਾਦਰ ਕੀਤਾ ਆਪਣੇ ਪਾਪਾਂ ਦੇ ਕਰਕੇ। ਝੂਠ ਬੋਲਣਾ, ਜਿਨਾਹ ਕਰਨੇ, ਗਾਲਾਂ ਕੱਢਣੀਆਂ, ਸ਼ਰਾਬਾਂ ਪੀਣੀਆਂ, ਲੜਾਈ ਮਾਰ ਕਰਨੀ, ਗਲਤ ਕੰਮ ਕਰਨੇ ਅਤੇ ਪਰਮੇਸ਼ਰ ਦੀ ਗੱਲਾਂ ਨੂੰ ਨਹੀਂ ਮੰਨਣਾ। ਜੋ ਪਰਮੇਸ਼ਰ ਸਾਨੂੰ ਬਚਨ ਵਿੱਚ ਕਹਿੰਦਾ ਹੈ ਜੇ ਅਸੀਂ ਉਹ ਨਹੀਂ ਕਰਦੇ ਉਹ ਵੀ ਪਾਪ ਹੈ। ਜੇ ਕੋਈ ਇਨਸਾਨ ਦੂਜੇ ਇਨਸਾਨ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦਾ ਹੈ, ਆਪਣੇ ਥੱਲੇ ਰੱਖਣਾ ਚਾਹੁੰਦਾ ਹੈ, ਉਹ ਵੀ ਪਾਪ ਹੈ। ਚੁਗਲੀਆਂ ਕਰਨਾ ਉਹ ਵੀ ਪਾਪ ਹੈ। ਲੋਕਾਂ ਨੂੰ ਬੁਰੀ ਨਜ਼ਰ ਨਾਲ ਦੇਖਣਾ ਉਹ ਵੀ ਪਾਪ ਹੈ। ਕਿਸੇ ਨਾਲ ਠੱਗੀ ਕਰਨੀ ਉਹ ਵੀ ਪਾਪ ਹੈ। ਕਿਸੇ ਦੇ ਬਾਰੇ ਝੂਠ ਬੋਲਣਾ, ਅਫਵਾਹਾਂ ਫੈਲਾਉਣੀਆਂ ਉਹ ਵੀ ਪਾਪ ਹੈ। ਅਸੀਂ ਸਾਰਿਆਂ ਨੇ ਇਹ ਪਾਪ ਕੀਤੇ ਹੋਏ ਹਨ ਅਤੇ ਪਰਮੇਸ਼ਵਰ ਸਾਨੂੰ ਬਚਨ ਵਿੱਚ ਦੱਸਦਾ ਹੈ ਇਸ ਪਾਪ ਦੇ ਕਰਕੇ ਅਸੀਂ ਖੁਦਾਵੰਦ ਤੋਂ ਦੂਰ ਹੋ ਗਏ। ਕਿਉਂਕਿ ਅਸੀਂ ਇਸ ਪਾਪ ਕਰਕੇ ਪਰਮੇਸ਼ਵਰ ਤੋਂ ਦੂਰ ਹੋ ਗਏ। ਹੁਣ ਕਿਉਂਕਿ ਅਸੀਂ ਖੁਦਾ ਦਾ ਹੁਕਮ ਤੋੜਦੇ ਵੀ ਹਾਂ, ਪਰਮੇਸ਼ਵਰ ਦਾ ਹੁਕਮ ਤੋੜਦੇ ਵੀ ਹਾਂ, ਉਸ ਦੇ ਕਰਕੇ ਸਾਡੇ ਉੱਤੇ ਸਜ਼ਾ ਦਾ ਹੁਕਮ ਹੈ। ਅਤੇ ਇਹ ਮੇਰੀ ਚੌਥੀ ਗੱਲ ਹੈ ਕਿ ਪਾਪ ਦਾ ਸਿੱਟਾ ਕੀ ਹੈ। ਪਾਪ ਦਾ ਸਿੱਟਾ ਮੌਤ ਹੈ। ਮੌਤ।
ਪਹਿਲੀ ਮੌਤ ਤਾਂ ਹੋ ਗਈ ਆਤਮਿਕ ਮੌਤ, ਕਿਉਂਕਿ ਲੋਕ ਪਾਪ ਵਿੱਚ ਜੀਂਦੇ ਹਨ, ਪਾਪ ਵਿੱਚ ਰਹਿੰਦੇ ਹਨ, ਪਰਮੇਸ਼ਵਰ ਤੋਂ ਦੂਰ ਹੋ ਗਏ ਹਨ। ਉਹ ਹੋ ਗਈ ਹੈ ਰੂਹਾਨੀ ਮੌਤ। ਦੂਜੀ ਮੌਤ ਜਿਹੜੀ ਕਿ ਸਾਡੀ ਸਰੀਰਕ ਮੌਤ ਹੈ, ਅਸੀਂ ਮਰਦੇ ਹਾਂ, ਪਾਪ ਦੇ ਕਰਕੇ ਸਜ਼ਾ ਆ ਗਈ ਆਤਮਿਕ ਅਤੇ ਸਰੀਰਕ। ਪਾਪ ਦੇ ਕਰਕੇ ਬਿਮਾਰੀਆਂ ਆ ਗਈਆਂ, ਰਿਸ਼ਤੇ ਨਾਤੇ ਟੁੱਟਣ ਲੱਗ ਗਏ, ਗਮ ਆ ਗਿਆ ਜ਼ਿੰਦਗੀ ਦੇ ਵਿੱਚ, ਦੁੱਖ ਆ ਗਿਆ ਜ਼ਿੰਦਗੀ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਪਾਪ ਦੇ ਕਰਕੇ ਹੋਈਆਂ ਹਨ ਅਤੇ ਪਾਪ ਦੇ ਕਰਕੇ ਸਾਡੇ ਉੱਤੇ ਦੋਸ਼ ਲੱਗਿਆ ਹੋਇਆ ਹੈ। ਜਿਹੜਾ ਇਨਸਾਨ ਪਾਪ ਵਿੱਚ ਜੀਂਦਾ ਹੈ ਉਹ ਸ਼ਰਾਪਿਤ ਹੈ, ਪਰ ਜਿਹੜਾ ਇਨਸਾਨ ਪਰਮੇਸ਼ਵਰ ਕੋਲ ਆਉਂਦਾ ਹੈ ਅਤੇ ਮਾफ़ੀ ਮੰਗਦਾ ਹੈ, ਉਸ ਦਾ ਸ਼ਰਾਪ ਚਲਾ ਜਾਂਦਾ ਹੈ। ਅਤੇ ਬਾਈਬਲ ਸਾਨੂੰ ਇਹੀ ਦੱਸਦੀ ਹੈ ਕਿ ਪਾਪ ਦੀ ਸਜ਼ਾ ਮੌਤ ਹੈ, ਪਰ ਪਾਪ ਦੇ ਕਰਕੇ ਇੱਕ ਹੋਰ ਸਜ਼ਾ ਦਾ ਹੁਕਮ ਹੈ, ਉਹ ਹੈਗਾ ਹੈ ਸਦੀਬਕ ਸਜ਼ਾ। ਸਦੀਬਕ ਸਜ਼ਾ ਬਾਈਬਲ ਸਾਨੂੰ ਦੱਸਦੀ ਹੈ, ਕਿਉਂਕਿ ਹਰੇਕ ਪਾਪੀਆਂ ਦਾ ਨਿਆਂ ਪਰਮੇਸ਼ਵਰ ਨੇ ਕਰਨਾ ਹੈ। ਪਰਮੇਸ਼ਵਰ ਦੇ ਦਿਨ, ਅੰਤਿਮ ਦਿਨ ਵਿੱਚ ਸਾਡਾ ਸਾਰਿਆਂ ਦਾ ਨਿਆਂ ਹੋਏਗਾ। ਜਿਹੜੇ ਇਨਸਾਨ ਨੇ ਪਾਪਾਂ ਤੋਂ ਤੌਬਾ ਨਹੀਂ ਕੀਤੀ ਹੋਈ, ਉਹ ਇਨਸਾਨ ਉੱਤੇ ਸਦਾ ਦਾ ਸਜ਼ਾ ਦਾ ਹੁਕਮ ਲੱਗਿਆ ਜਾਵੇਗਾ। ਇਹ ਕਿੰਨੀ ਭਿਆਨਕ ਗੱਲ ਹੈ, ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਪਾਪ ਦੇ ਕਰਕੇ ਦੋਸ਼ ਆ ਗਿਆ ਅਤੇ ਹੁਣ ਦੋਸ਼ੀ ਹੋਣ ਦੇ ਕਰਕੇ ਸਾਡੇ ਉੱਤੇ ਪਾਪ ਦੀ ਸਜ਼ਾ ਹੈ। ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਿਹੜਾ ਇਨਸਾਨ ਪਾਪ ਕਰਦਾ ਹੈ, ਉਸ ਦੀ ਸਜ਼ਾ ਪਰਮੇਸ਼ਵਰ ਨੇ ਮੁਕਰਰ ਕਰ ਦਿੱਤੀ ਹੈ। ਜਿਹੜਾ ਇਨਸਾਨ ਪਾਪ ਵਿੱਚ ਜੀਂਦਾ ਹੈ ਅਤੇ ਪਾਪ ਵਿੱਚ ਹੀ ਮਰ ਜਾਂਦਾ ਹੈ, ਉਹ ਨਰਕ ਦਾ ਅਧਿਕਾਰੀ ਬਣ ਜਾਂਦਾ ਹੈ। ਖੁਦਾਵਨ ਉਸ ਨੂੰ ਨਰਕ ਵਿੱਚ ਸਿੱਟ ਦਿੰਦਾ ਹੈ। ਕਿਉਂਕਿ ਪਾਪਾਂ ਦੀ ਸਜ਼ਾ ਇਹ ਹੈ ਅਤੇ ਇਹ ਦੂਜੀ ਮੌਤ ਹੈ। ਅਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਇਸ ਮੌਤ ਤੋਂ ਬਚਣ ਲਈ, ਸਦਾ ਦੀ ਜ਼ਿੰਦਗੀ ਮੌਤ ਦੀ, ਸਦੀਬਕ ਮੌਤ ਨਰਕ ਦੇ ਵਿੱਚ, ਬਾਈਬਲ ਸਾਨੂੰ ਦੱਸਦੀ ਹੈ, ਯਿਸੂ ਮਸੀਹ ਕਹਿੰਦਾ ਹੈ ਕਿ ਨਰਕ ਇੱਦਾਂ ਦੀ ਜਗ੍ਹਾ ਹੈ ਜਿੱਥੇ ਕਿਤੇ ਕੋਈ ਕੀੜਾ ਨਹੀਂ ਮਰਦਾ ਅਤੇ ਅੱਗ ਕਦੇ ਵੀ ਨਹੀਂ ਬੁਝਦੀ। ਅਤੇ ਕਿੰਨੇ ਲੋਕਾਂ ਨੇ ਨਰਕ ਵਿੱਚ ਚਲੇ ਜਾਣਾ ਹੈ, ਕਿਉਂਕਿ ਉਹਨਾਂ ਨੇ ਪਾਪਾਂ ਤੋਂ ਤੌਬਾ ਨਹੀਂ ਕੀਤੀ ਅਤੇ ਪਰਮੇਸ਼ਵਰ 'ਤੇ ਯਕੀਨ ਨਹੀਂ ਕੀਤਾ। ਇਸੇ ਕਰਕੇ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਇੰਨਾ ਦਿਆਲੂ ਹੈ ਕਿ ਉਸਨੇ ਆਪਣੀ ਦਇਆ ਦੇ ਕਰਕੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਘੱਲਿਆ, ਜਿਸ ਨੇ ਇਸ ਸੰਸਾਰ ਵਿੱਚ ਇੱਕ ਵੀ ਪਾਪ ਨਹੀਂ ਕੀਤਾ, ਪਰ ਉਹ ਪਾਪੀਆਂ ਦੇ ਸਮਾਨ ਕਰੂਸ ਉੱਤੇ ਮਾਰਿਆ ਗਿਆ। ਯਿਸੂ ਮਸੀਹ ਨੇ ਇੱਕ ਵੀ ਪਾਪ ਨਹੀਂ ਕੀਤਾ, ਪਰ ਉਹ ਪਾਪੀਆਂ ਵਾਂਗੂ ਮਾਰਿਆ ਗਿਆ ਤਾਂ ਕਿ ਉਹ ਸਾਡੇ ਪਾਪਾਂ ਦਾ ਪਛਤਾਤਾਪ ਕਰ ਸਕੇ ਅਤੇ ਸਾਡੀ ਜਗ੍ਹਾ ਸਾਡਾ ਕਰਜ਼ਾ ਅਦਾ ਕਰ ਸਕੇ। ਜਿਹੜਾ ਕਰਜ਼ਾ ਆਦਮ ਅਤੇ ਹਵਾ ਮਾਫ਼ ਨਹੀਂ ਕਰਾ ਸਕੇ, ਉਹ ਹੁਣ ਯਿਸੂ ਮਸੀਹ ਸਾਡੇ ਹਿੱਤ ਵਿੱਚ ਮਾਫ਼ ਕਰਾਉਂਦਾ ਹੈ। ਅਤੇ ਇਸੇ ਕਰਕੇ ਅਸੀਂ ਪੜ੍ਹਦੇ ਹਾਂ ਰੋਮੀਆਂ ਦੇ ਖੱਤ ਉਹਦੇ 5ਵੇਂ ਅਧਿਆਏ ਵਿੱਚ। ਤੁਸੀਂ ਰੋਮੀਆਂ ਦਾ ਖੱਤ 5ਵਾਂ ਅਧਿਆਏ ਪੂਰਾ ਪੜ੍ਹੋ ਅਤੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਦਮ ਦੇ ਵਿੱਚ ਅਸੀਂ ਮਰ ਜਾਂਦੇ ਹਾਂ, ਪਰ ਯਿਸੂ ਮਸੀਹ ਦੇ ਵਿੱਚ ਸਾਨੂੰ ਜੀਵਨ ਮਿਲਦਾ ਹੈ। ਅਤੇ ਅਸੀਂ ਪੜ੍ਹਦੇ ਹਾਂ ਰੋਮੀਆਂ ਦੇ ਖੱਤ ਵਿੱਚ ਕਿ ਪਰਮੇਸ਼ਵਰ ਦੇ ਪਿਆਰ ਦੇ ਕਰਕੇ ਅਸੀਂ ਹੁਣ ਬਚਾਏ ਜਾਂਦੇ ਹਾਂ। ਯਿਸੂ ਮਸੀਹ ਸਾਡੇ ਲਈ ਮਾਰਿਆ ਗਿਆ ਅਤੇ ਸਾਡੇ ਲਈ ਹੀ ਜ਼ਿੰਦਾ ਹੋ ਗਿਆ। ਅਤੇ ਹੁਣ ਜੋ ਕੋਈ ਮਸੀਹ ਦੇ ਵਿੱਚ ਆਉਂਦਾ ਹੈ, ਜੋ ਕੋਈ ਮਸੀਹ ਦੇ ਕੋਲ ਆਉਂਦਾ ਹੈ, ਆਪਣੇ ਪਾਪਾਂ ਦੀ ਤੌਬਾ ਕਰਦਾ ਹੈ ਅਤੇ ਕਹਿੰਦਾ ਹੈ ਖੁਦਾਵੰਦ ਮੈਂ ਵਾਕਈ ਹੀ ਗੁਨਾਹਗਾਰ ਹਾਂ, ਮੇਰੀ ਜ਼ਿੰਦਗੀਆਂ ਦੇ ਵਿੱਚ ਬਹੁਤ ਪਾਪ ਹਨ ਅਤੇ ਮੈਨੂੰ ਮਾफ़ੀ ਦੀ ਲੋੜ ਹੈ। ਜਿਹੜਾ ਇਨਸਾਨ ਮਾफ़ੀ ਲੈਂਦਾ ਹੈ, ਉਸ ਨੂੰ ਸ਼ਿਫਾ ਮਿਲਦੀ ਹੈ, ਮਾਫ਼ੀ ਮਿਲਦੀ ਹੈ ਅਤੇ ਨਵੀਂ ਜ਼ਿੰਦਗੀ ਮਿਲਦੀ ਹੈ। ਜਿਹੜਾ ਇਨਸਾਨ ਪਾਪ ਵਿੱਚ ਹੈ, ਪਾਪ ਵਿੱਚ ਮਰ ਜਾਵੇਗਾ। ਹਾਲਾਂਕਿ ਉਹ ਇਨਸਾਨ ਸ਼ਾਇਦ ਕਾਫੀ ਖੁਸ਼ ਹੋਏਗਾ ਪਾਪ ਕਰਦਾ ਹੋਇਆ,
ਸਾਡੇ ਸਰੀਰ ਨੂੰ ਪਾਪ ਬਹੁਤ ਹੀ ਪਸੰਦ ਹੁੰਦੇ ਹਨ। ਚੁਗਲੀਆਂ ਕਰਨੀਆਂ, ਗੰਦੀਆਂ ਚੀਜ਼ਾਂ ਦੇਖਣੀਆਂ, ਜਾਂ ਕਿਸੇ ਨੂੰ ਬੁਰਾ ਕਹਿਣਾ, ਜਾਂ ਲੜਨਾ, ਜਾਂ ਚੋਰੀ ਕਰਨੀ, ਇਹ ਸਾਰੀਆਂ ਚੀਜ਼ਾਂ ਸਾਡੇ ਸਰੀਰਾਂ ਨੂੰ ਬਹੁਤ ਪਸੰਦ ਹਨ। ਪਰ ਜਿਹੜਾ ਕੋਈ ਤੌਬਾ ਕਰਦਾ ਹੈ ਅਤੇ ਮਸੀਹ ਦੇ ਕੋਲ ਆਉਂਦਾ ਹੈ ਅਤੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਪਾਪ ਬਹੁਤ ਹੀ ਹਾਨੀਕਾਰਕ ਹੈ, ਅਤੇ ਜਿਹੜਾ ਪਾਪ ਤੋਂ क्षमा ਪਾ ਲੈਂਦਾ ਹੈ, ਪਾਪਾਂ ਦੀ ਸਜ਼ਾ ਤੋਂ ਅਤੇ ਪਾਪਾਂ ਦੀ ਜੋ ਘਿਨਾਉਣੇਪਣ ਤੋਂ क्षमा ਪਾ ਲੈਂਦਾ ਹੈ, ਉਹ ਇਨਸਾਨ ਬਚਾਇਆ ਜਾਂਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਅੱਜ ਤੁਸੀਂ ਇਸ ਗੱਲ ਉੱਤੇ ਧਿਆਨ ਕਰੋ ਕਿ ਤੁਸੀਂ ਆਪਣੇ ਆਪ ਨੂੰ ਆਪਣੇ ਪਾਪਾਂ ਕੋਲੋਂ ਨਹੀਂ ਬਚਾ ਸਕਦੇ ਅਤੇ ਪਾਪਾਂ ਦੀ ਸਜ਼ਾ ਵਿੱਚੋਂ ਨਹੀਂ ਭੱਜ ਸਕਦੇ। ਪਰ ਮਸੀਹ ਦੇ ਵਿੱਚ ਆਜ਼ਾਦੀ ਹੈ। ਪਾਪਾਂ ਤੋਂ ਆਜ਼ਾਦੀ ਜਦੋਂ ਮਿਲਦੀ ਹੈ ਇਨਸਾਨ ਨੂੰ, ਉਸ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਭੈ ਡਰ ਨਿਕਲ ਜਾਂਦਾ ਹੈ ਅਤੇ ਖੁਦਾਵੰਦ ਦਾ ਪਿਆਰ ਉਸ ਇਨਸਾਨ ਦੇ ਵਿੱਚ ਕੰਮ ਕਰਨ ਲੱਗ ਪੈਂਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਪਿਆਰ ਨੂੰ ਜਾਣੋ, ਪਰਮੇਸ਼ਰ ਦੇ ਪਿਆਰ ਨੂੰ। ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਮਾफ़ੀ ਮੰਗੋ ਅਤੇ ਪਰਮੇਸ਼ਰ ਦੇ ਵੱਲ ਮੁੜੋ, ਤਾਂ ਕਿ ਉਹ ਤੁਹਾਨੂੰ ਨਵੀਂ ਜ਼ਿੰਦਗੀ ਦਾ ਤੋਹਫਾ ਦੇ ਸਕੇ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਇਸ ਗੱਲ 'ਤੇ ਧਿਆਨ ਲਾਓ, ਪਾਪ ਕੀ ਹੈ ਅਤੇ ਅਸੀਂ ਪਾਪਾਂ ਦੇ ਕਰਕੇ ਕਿੱਦਾਂ ਪਰਮੇਸ਼ਰ ਤੋਂ ਜੁਦਾ ਹੋ ਗਏ ਅਤੇ ਪਰਮੇਸ਼ਰ ਦੀਆਂ ਗੱਲਾਂ ਨੂੰ ਨਹੀਂ ਮੰਨ ਸਕੇ ਅਤੇ ਪਰਮੇਸ਼ਰ ਦੇ ਖਿਲਾਫ ਹੋ ਗਏ। ਪਰ ਯਿਸੂ ਮਸੀਹ ਹੁਣ ਆਉਂਦਾ ਹੈ ਅਤੇ ਸਾਨੂੰ ਉਹ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ ਅਤੇ ਹੁਣ ਸਾਨੂੰ ਉਹ ਸਦੀਵਕ ਜ਼ਿੰਦਗੀ ਦਿੰਦਾ ਹੈ। ਖੁਦਾਵੰਦ ਤੁਹਾਨੂੰ ਇਸ ਵਚਨ ਤੋਂ ਬਰਕਤ ਦੇਵੇ। ਆਮੀਨ।